Dear student, welcome back to lecture Dimension Part 3। ਜਿਨ੍ਹਾਂ ਸਟੂਡੈਂਟ ਨੇ ਹਾਲੇ ਜਿਹੜਾ ਪਾਰਟ 1 ਤੇ ਪਾਰਟ 2 ਨਹੀਂ ਦੇਖੇ, ਪਹਿਲਾਂ ਤੇ ਰਿਕੁਐਸਟ ਹੈ ਕਿ ਉਹਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਨੂੰ ਉੱਥੋਂ ਜਿਹੜੀ ਹੈ ਫਿਜ਼ੀਕਲ ਕੁਆਂਟੀਟੀ ਦੀ ਡਾਈਮੈਂਸ਼ਨ ਜਿਹੜੀ ਬਣਾਣੀ ਪਤਾ ਲੱਗੇਗੀ। Now today we are going to discuss the four terms. Number 1, dimensional variable, non-dimensional variable, dimensional constant and non-dimensional constant. Now the first one is dimensional variable. ਅਸੀਂ ਸਪੀਡ ਬਾਰੇ ਗੱਲ ਕਰੀਏ। ਸਪੀਡ ਦੀ ਅਸੀਂ ਡਾਈਮੈਂਸ਼ਨ ਨਿਕਾਲੀ m0 l1 t-1। ਏਰੀਆ ਦੀ ਡਾਈਮੈਂਸ਼ਨ ਵੀ ਨਿਕਾਲੀ m0 l2 t0। ਵੋਲਿਊਮ ਦੀ ਨਿਕਾਲੀ। ਸੋ ਮੈਨੀ ਫਿਜ਼ੀਕਲ ਕੁਆਂਟੀਟੀਜ਼ ਦੀ ਅਸੀਂ ਜਿਹੜੀ ਹੈ ਡਾਈਮੈਂਸ਼ਨ ਨਿਕਾਲੀ ਹੈ। ਇਹਨਾਂ ਸਾਰੀਆਂ ਫਿਜ਼ੀਕਲ ਕੁਆਂਟੀਟੀ ਦੀ ਜਿਹੜੀ ਵੈਲਿਊ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਡਾਈਮੈਂਸ਼ਨ ਹੈ but these physical quantities are not constant, they are variable, and those physical quantities like pressure, speed, velocity, momentum, area, volume, etc. ਜਿਨ੍ਹਾਂ ਦੀ ਡਾਈਮੈਂਸ਼ਨ ਹੈ, ਜਿਨ੍ਹਾਂ ਦੇ ਯੂਨਿਟ ਵੀ ਹੈ, ਪਰ ਜਿਨ੍ਹਾਂ ਦੀ ਵੈਲਿਊ ਜਿਹੜੀ ਹੈ ਚੇਂਜ ਹੁੰਦੀ ਰਹਿੰਦੀ ਹੈ, ਉਹਨਾਂ ਨੂੰ ਅਸੀਂ ਬੋਲਦੇ ਹਾਂ ਡਾਈਮੈਂਸ਼ਨਲ ਵੇਰੀਏਬਲ। ਡਾਈਮੈਂਸ਼ਨ ਹੈ ਪਰ ਉਹਨਾਂ ਦੀ ਜਿਹੜੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ। ਇਹਦੇ ਚ ਅਸੀਂ ਬਹੁਤ ਸਾਰੇ ਸਪੀਡ ਬਾਰੇ ਵੀ ਆਪਾਂ ਡਿਸਕਸ ਕੀਤਾ ਹੈ। ਡੇਲੀ ਲਾਈਫ ਚ ਸਪੀਡ ਜਿਹੜੀ ਸਕੂਟਰ ਦੀ ਜਿਹੜੀ ਹੈ, ਕਾਰ ਦੀ ਸੇਮ ਨਹੀਂ ਰਹਿੰਦੀ, ਚੇਂਜ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਯੂ ਕੈਨ ਸੇ ਵਰਕ ਏਰੀਆ, ਕਿਸੇ ਵੀ ਚੀਜ਼ ਦਾ ਏਰੀਆ ਜਿਹੜਾ ਹੈ ਲੈਂਥ ਬ੍ਰੈਡਥ ਚੇਂਜ ਕਰੋ ਤੇ ਏਰੀਆ ਚੇਂਜ ਹੋ ਜਾਂਦਾ। ਜ਼ਿਆਦਾ ਏਰੀਆ ਵੀ ਹੋ ਸਕਦਾ ਹੈ, ਘੱਟ ਵੀ ਹੋ ਸਕਦਾ ਹੈ। ਮਤਲਬ ਜਿਨ੍ਹਾਂ ਦੀ ਡਾਈਮੈਂਸ਼ਨ ਹੈ ਪਰ ਜਿਨ੍ਹਾਂ ਦੀ ਵੈਲਿਊ ਜਿਹੜੀ ਹੈ ਕਾਂਸਟੈਂਟ ਨਹੀਂ ਹੈ, ਉਹਨੂੰ ਅਸੀਂ ਬੋਲਦੇ ਹਾਂ ਡਾਈਮੈਂਸ਼ਨਲ ਵੇਰੀਏਬਲ। ਇਸ ਕੈਟਾਗਰੀ ਦੇ ਵਿੱਚ ਬਹੁਤ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਜਿਹੜੀਆਂ ਇਨਕਲੂਡ ਹੋਣਗੀਆਂ। ਬਹੁਤ ਸਾਰੀਆਂ, ਲੈਂਥ, ਬ੍ਰੈਡਥ, ਹਾਈਟ, ਏਰੀਆ, ਵੋਲਿਊਮ, ਸਪੀਡ, ਮੋਮੈਂਟਮ, ਵਰਕ, એનર્ਜੀ, ਪਾਵਰ, ਐਟਸੈਟਰਾ। ਦੇ ਆਰ ਕਾਲਡ ਡਾਈਮੈਂਸ਼ਨਲ ਵੇਰੀਏਬਲ। ਮੋਸਟਲੀ ਅਸੀਂ ਇਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ। ਨਾਓ ਦਾ ਸੈਕੰਡ ਵਨ ਇਜ਼ ਨੌਨ ਡਾਈਮੈਂਸ਼ਨਲ ਵੇਰੀਏਬਲ। ਹੋਣਗੇ ਵੇਰੀਏਬਲ ਹੀ, ਇਹਨਾਂ ਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ, ਬਟ ਦੇ ਹੈਵ ਨੋ ਡਾਈਮੈਂਸ਼ਨ, ਜਿਨ੍ਹਾਂ ਦੀ ਡਾਈਮੈਂਸ਼ਨ ਨਹੀਂ ਹੈ। ਲਾਸਟ ਲੈਕਚਰ ਦੇ ਵਿੱਚ ਅਸੀਂ ਐਂਗਲ ਬਾਰੇ ਸਟੱਡੀ ਕੀਤਾ। ਐਂਗਲ ਦਾ ਫਾਰਮੂਲਾ ਲੈਂਥ ਆਫ ਆਰਕ ਡਿਵਾਈਡਡ ਬਾਈ ਰੇਡੀਅਸ। ਅਸੀਂ ਉੱਥੇ ਡਿਸਕਸ ਕੀਤਾ ਸੀ ਕਿ ਐਂਗਲ ਦੀ ਡਾਈਮੈਂਸ਼ਨ ਨਹੀਂ ਹੈ, ਪਰ ਐਂਗਲ ਤੇ ਸਾਡਾ ਇੱਕ ਵੇਰੀਏਬਲ ਹੈ। ਐਂਗਲ ਮੇ ਬੀ 60 ਡਿਗਰੀ, 40 ਡਿਗਰੀ। ਆਰਕ ਦੀ ਲੈਂਥ ਜਿਉਂ-ਜਿਉਂ ਵਧਦੀ ਜਾਏਗੀ ਐਂਗਲ ਜਿਹੜਾ ਹੈ ਸਾਡਾ ਉਹ ਵਧਦਾ ਜਾਂਦਾ ਹੈ। ਐਂਗਲ ਇੱਕ ਵੇਰੀਏਬਲ ਹੈ ਪਰ ਉਹਦੀ ਡਾਈਮੈਂਸ਼ਨ ਨਹੀਂ ਹੈ। ਇਹਦਾ ਮਤਲਬ ਇਸ ਕੈਟਾਗਰੀ ਦੇ ਵਿੱਚ ਸਾਡੇ ਕੋਲ ਐਗਜ਼ਾਮਪਲ ਕਿਹੜੀ ਆਏਗੀ? ਇੱਕ ਸਾਡੇ ਕੋਲ ਆ ਗਈ ਐਂਗਲ। ਇਸ ਤੋਂ ਬਾਅਦ ਅਸੀਂ ਇੱਕ ਸਟ੍ਰੇਨ ਬਾਰੇ ਵੀ ਪੜ੍ਹਿਆ ਸੀ। ਸਟ੍ਰੇਨ, ਜਦੋਂ ਸਟ੍ਰੈਸ ਲੱਗਦੀ ਹੈ ਤੇ ਜਿਹੜੀ ਬਾਡੀ ਵਿੱਚ ਚੇਂਜ ਪੈਦਾ ਹੁੰਦੀ ਹੈ ਉਸ ਨੂੰ ਅਸੀਂ ਸਟ੍ਰੇਨ ਬੋਲਦੇ ਹਾਂ। ਤੇ ਸਟ੍ਰੇਨ ਦਾ ਅਸੀਂ ਡਾਈਮੈਂਸ਼ਨਲ ਫਾਰਮੂਲਾ ਪਿੱਛੇ ਕੈਲਕੂਲੇਟ ਕੀਤਾ ਤੇ ਸਾਨੂੰ ਪਤਾ ਲੱਗਾ ਸੀ ਕਿ ਇਹਦਾ ਡਾਈਮੈਂਸ਼ਨ ਫਾਰਮੂਲਾ ਜਿਹੜਾ ਆਉਂਦਾ m0 l0 t0, ਇਹਦੀ ਕੋਈ ਡਾਈਮੈਂਸ਼ਨ ਨਹੀਂ ਹੈ। ਇਹਦਾ ਮਤਲਬ ਜਿਹੜੀ ਸਟ੍ਰੇਨ ਵੀ ਜਿਹੜੀ ਹੈ ਸਾਡੀ ਨੌਨ ਡਾਈਮੈਂਸ਼ਨਲ ਵੇਰੀਏਬਲ ਹੈ। ਐਂਡ ਥਰਡ ਵਨ ਇਜ਼ ਰਿਲੇਟਿਵ ਡੈਂਸਿਟੀ। ਆ ਵੀ ਅਸੀਂ ਪਿਛਲੇ ਲੈਕਚਰ ਵਿੱਚ ਸਟੱਡੀ ਕੀਤਾ। ਰਿਲੇਟਿਵ ਡੈਂਸਿਟੀ ਦਾ ਮਤਲਬ ਕਿਸੇ ਦੀ ਡੈਂਸਿਟੀ ਜਦੋਂ ਵਾਟਰ ਦੇ ਅਕੋਰਡਿੰਗ ਕੰਪੇਅਰ ਕੀਤੀ ਜਾਂਦੀ ਹੈ ਉਦੋਂ ਟਰਮ ਯੂਜ਼ ਕਰਦੇ ਆ, ਤੇ ਹਰ ਇੱਕ ਦੀ ਡੈਂਸਿਟੀ ਵਾਟਰ ਦੇ ਅਕੋਰਡਿੰਗ ਡਿਫਰੈਂਟ ਹੀ ਆਉਂਦੀ ਹੈ। ਇਹ ਸਾਰੀਆਂ ਜਿਹੜੀਆਂ ਤਿੰਨ ਟਰਮਸ ਨੇ ਇਹਨਾਂ ਨੂੰ ਅਸੀਂ ਕਿਸ ਕੈਟਾਗਰੀ 'ਚ ਰੱਖਿਆ? ਹੈਗੇ ਤਿੰਨੋਂ ਵੇਰੀਏਬਲ ਨੇ, ਇਹਨਾਂ ਦੀ ਵੈਲਿਊ ਚੇਂਜ ਹੁੰਦੀ ਹੈ, ਬਟ ਦੇ ਡੋਂਟ ਹੈਵ ਐਨੀ ਡਾਈਮੈਂਸ਼ਨਸ। ਇਹਨਾਂ ਦੀ ਡਾਈਮੈਂਸ਼ਨ ਨਹੀਂ ਹੁੰਦੀ। ਨਾਓ the today's main ਜਿਹੜਾ ਸਾਡਾ ਟੌਪਿਕ ਹੈ ਇਹਦੇ ਉੱਪਰ ਅਸੀਂ ਡਿਸਕਸ਼ਨ ਕਰਨੀ ਹੈ ਡਾਈਮੈਂਸ਼ਨਲ ਕਾਂਸਟੈਂਟ। ਸਾਡੇ ਕੋਲ ਕੁਝ ਐਸੇ ਕਾਂਸਟੈਂਟ ਨੇ ਜਿਨ੍ਹਾਂ ਦੀ ਵੈਲਿਊ ਚੇਂਜ ਨਹੀਂ ਹੁੰਦੀ। ਹਮੇਸ਼ਾ ਅਸੀਂ ਜਿਹੜਾ ਹੈ ਉਹਨੂੰ ਸੇਮ ਲਵਾਂਗੇ, but they are
ਡਾਈਮੈਂਸ਼ਨਲੀ ਕਨਸਟੈਂਟ, ਇਹਨਾਂ ਦੀ ਡਾਈਮੈਂਸ਼ਨ ਹੋਏਗੀ। ਹੈਗੇ ਕਨਸਟੈਂਟ ਨੇ ਬਟ ਦੇ ਹੈਵ ਡਾਈਮੈਂਸ਼ਨਸ। ਆਓ ਇਹਦੇ ਬਾਰੇ ਜਿਹੜਾ ਹੈ ਅਸੀਂ ਜਿਹੜਾ ਡਿਟੇਲ ਚ ਸਟੱਡੀ ਕਰਾਂਗੇ। ਇੱਕ ਲਾਸਟ ਜਿਹੜਾ ਟੌਪਿਕ ਹੈ ਸਾਡਾ, ਪਹਿਲਾਂ ਅਸੀਂ ਉਹਨੂੰ ਦੇਖ ਲੈਂਦੇ ਹਾਂ। ਨॉन ਡਾਈਮੈਂਸ਼ਨ ਕਨਸਟੈਂਟ, ਹੈਗੇ ਕਨਸਟੈਂਟ ਨੇ ਪਰ ਇਹਨਾਂ ਦੀ ਡਾਈਮੈਂਸ਼ਨ ਨਹੀਂ ਹੁੰਦੀ। ਜਿਸ ਤਰ੍ਹਾਂ ਨੰਬਰ ਸਿਸਟਮ ਸਾਡਾ 1 2 3 4, ਪਾਈ ਦੀ ਵੈਲਿਊ, ਸਮਾਲ e ਦੀ ਵੈਲਿਊ, ਮਤਲਬ ਜਿਨ੍ਹਾਂ ਦੀ ਵੈਲਿਊ ਕਨਸਟੈਂਟ ਰਹੇਗੀ ਹਮੇਸ਼ਾ ਬਟ ਜਿਨ੍ਹਾਂ ਦੀ ਕੋਈ ਡਾਈਮੈਂਸ਼ਨ ਨਹੀਂ ਹੈ ਉਹਨੂੰ ਅਸੀਂ ਬੋਲਦੇ ਹਾਂ ਨॉन ਡਾਈਮੈਂਸ਼ਨਲ ਕਨਸਟੈਂਟ। ਇਹਦੇ ਚ ਸਾਰੇ 1 2 3 ਨੰਬਰ ਸਿਸਟਮ ਆ ਜਾਏਗਾ। ਪਾਈ ਦੀ ਵੈਲਿਊ ਹਮੇਸ਼ਾ 22/7 ਆ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਹੈ e ਦੀ ਵੈਲਿਊ 2.731, ਇਹ ਸਾਡੇ ਸਾਰੇ ਜਿਹੜੇ ਨੇ ਕਨਸਟੈਂਟ ਨੇ ਪਰ ਇਹਨਾਂ ਦੀ ਕੋਈ ਵੀ ਡਾਈਮੈਂਸ਼ਨ ਨਹੀਂ ਹੈ। ਨਾਓ ਕਮ ਟੂ ਮੇਨ ਡਾਈਮੈਂਸ਼ਨਲ ਕਨਸਟੈਂਟ, ਉਹ ਕਨਸਟੈਂਟ ਜਿਨ੍ਹਾਂ ਦੀ ਡਾਈਮੈਂਸ਼ਨ ਸਾਡੇ ਕੋਲ ਹੈ। ਨੰਬਰ 1 ਇਜ਼ ਸਪੀਡ ਆਫ ਲਾਈਟ। ਸਾਡੇ ਕੋਲ ਜਿਹੜੀ ਹੈ ਟੌਪਿਕ ਆ ਗਿਆ ਸਾਡੇ ਕੋਲ ਸਪੀਡ ਆਫ ਲਾਈਟ। ਸਪੀਡ ਆਫ ਲਾਈਟ ਸਭ ਨੂੰ ਪਤਾ ਹੈ, ਇਹਦੀ ਜਿਹੜੀ ਵੈਲਿਊ ਹੈ 3 × 10⁸ ਮੀਟਰ ਪਰ ਸੈਕਿੰਡ। ਵੈਕਿਊਮ ਦੇ ਵਿੱਚ ਸਪੀਡ ਆਫ ਲਾਈਟ ਜਿਹੜੀ ਹੈ ਉਹਦੀ ਵੈਲਿਊ ਫਿਕਸ ਹੈ 3 × 10⁸ ਮੀਟਰ ਪਰ ਸੈਕਿੰਡ। ਇਟ ਇਜ਼ ਅ ਕਾਂਸਟੈਂਟ ਬਟ ਸਪੀਡ ਦਾ ਫਾਰਮੂਲਾ ਅਸੀਂ ਪੜਿਆ ਡਿਸਟੈਂਸ ਟਰੈਵਲਡ ਡਿਵਾਈਡਡ ਬਾਈ ਟਾਈਮ ਟੇਕਨ। डिस्टेंस वास्ते L आ गया, टाइम वास्ते साडे कोल T आ गया, ते एदी डिमेंशन कितनी आ गई विचों M ते है नहीं है, मास 0 आ गया, L ऊपर साडा 1 ते T ऊपर साडा आ जाएगा -1। ए ऑलरेडी डिस्कस कीती है। जेड़ी मर्जी स्पीड होवे, यूनिफॉर्म स्पीड है, वेरिएबल स्पीड है, कांस्टेंट स्पीड है, सब दी डायमेंशन सेम M0 L1 T -1। Now this is the first constant having dimension. This is called speed of light. Now the second one is gravitational constant. And 9th class ਦੇ ਵਿੱਚ ਤੁਸੀਂ ਪੜਿਆ gravitational constant। ਇਸ ਨੂੰ ਅਸੀਂ ਕੈਪੀਟਲ G ਦੇ ਨਾਲ ਜਿਹੜਾ ਹੈ ਡਿਨੋਟ ਕਰਦੇ ਹਾਂ, ਗ੍ਰੈਵਿਟੇਸ਼ਨਲ ਕਾਂਸਟੈਂਟ। ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਦੇ ਅਕੋਰਡਿੰਗ ਜੇਕਰ ਸਾਡੇ ਕੋਲ ਦੋ ਬਾਡੀਜ਼ ਨੇ ਜਿਹੜੀਆਂ ਆਪਸ ਵਿੱਚ ਅਟਰੈਕਟ ਕਰ ਰਹੀਆਂ ਨੇ, ਇਹਨਾਂ ਦੋਨਾਂ ਦੇ ਸੈਂਟਰ ਟੂ ਸੈਂਟਰ ਡਿਸਟੈਂਸ r ਹੈ ਤੇ ਪਹਿਲੀ ਦਾ ਮਾਸ m1 ਦੂਜੀ ਦਾ ਮਾਸ m2, ਇਹ ਦੋਨੋਂ ਬਾਡੀਜ਼ ਇੱਕ ਦੂਜੇ ਨੂੰ ਕੀ ਕਰਦੀਆਂ, ਅਟਰੈਕਟ ਕਰਦੀਆਂ। ਤੇ ਜੇ ਅਟਰੈਕਟ ਕਰਨਗੀਆਂ ਤੇ ਕੁਛ ਨਾ ਕੁਛ ਇਹਨਾਂ ਵਿੱਚ ਫੋਰਸ ਲੱਗੇਗੀ। ਐਂਡ ਦੈਟ ਫੋਰਸ ਤੁਸੀਂ 9th ਕਲਾਸ ਵਿੱਚ ਵੀ ਡਿਸਕਸ ਕੀਤਾ, +1 ਦੇ ਵਿੱਚ ਅਸੀਂ ਡਿਟੇਲ ਚ ਪੜਾਂਗੇ 6th ਯੂਨਿਟ ਦੇ ਵਿੱਚ। ਇਹ ਫਾਰਮੂਲਾ ਪਤਾ, ਨਿਊਟਨ ਲਾਅ ਆਫ ਗ੍ਰੈਵਿਟੇਸ਼ਨ। ਇਹਦੇ ਵਿੱਚ ਜਿਹੜਾ ਕਾਂਸਟੈਂਟ ਹੈ ਦਿਸ ਇਜ਼ ਕਾਲਡ ਗ੍ਰੈਵਿਟੇਸ਼ਨਲ ਕਾਂਸਟੈਂਟ, ਯੂਨੀਵਰਸਲ ਗ੍ਰੈਵਿਟੇਸ਼ਨਲ ਕਾਂਸਟੈਂਟ। ਜਿੱਥੇ ਮਰਜੀ ਚਲੇ ਜਾਓ, ਪਲੈਨਟ ਚੇਂਜ ਕਰ ਜਾਓ, ਮੀਡੀਅਮ ਚੇਂਜ ਕਰ ਜਾਓ, ਸਾਡੇ ਕੋਲ ਕੈਪੀਟਲ G ਦੀ ਜਿਹੜੀ ਵੈਲਿਊ ਹੈ ਕਦੀ ਵੀ ਜਿਹੜੀ ਹੈ ਚੇਂਜ ਨਹੀਂ ਹੁੰਦੀ। ਨਾਓ ਇਹਦੀ ਅਸੀਂ ਡਾਈਮੈਂਸ਼ਨ ਨਿਕਾਲਣੀ ਹੈ। ਨਾਓ G = G ਨਿਕਾਲਣਾ ਹੈ, ਇਹਨੂੰ ਇੱਥੇ ਪਿਆ ਰਹਿਣ ਦਿਓ, r² ਉੱਪਰ ਚਲਾ ਜਾਏਗਾ, FR², ਇਹ ਕ੍ਰੋਸ ਮਲਟੀਪਲਾਈ ਕਰਕੇ ਉੱਪਰ ਆ ਗਿਆ। ਇਹ ਦੋਨੋਂ ਮਾਸਿਸ ਜਿਹੜੇ ਨੇ F ਦੇ ਨੀਚੇ ਆ ਜਾਣਗੇ, M1 ਤੇ ਨੀਚੇ ਆ ਗਿਆ ਸਾਡੇ ਕੋਲ M2। ਇਹ ਨੀਚੇ ਆ ਗਏ, r² ਉੱਪਰ, ਮਾਸਿਸ ਥੱਲੇ, G ਦੀ ਵੈਲਿਊ ਅਸੀਂ ਨਿਕਾਲ ਲਈ। ਹੁਣ ਕੀ ਕਰਾਂਗੇ, ਹਰ ਇੱਕ ਟਰਮ ਦੀ ਅਸੀਂ ਵਿੱਚ ਡਾਈਮੈਂਸ਼ਨ ਵਿੱਚ ਪੁੱਟ ਕਰਦੇ ਹਾਂ। ਨਾਓ ਵਾਟ ਇਜ਼ F? ਇਟ ਇਜ਼ ਅ ਫੋਰਸ। ਫੋਰਸ ਦੀ ਡਾਈਮੈਂਸ਼ਨ ਮੈਂ ਉਦੋਂ ਵੀ ਕਿਹਾ ਸੀ, ਇਹਨੂੰ ਯਾਦ ਰੱਖਣਾ ਹੈ, ਨਾਲ ਨਾਲ ਤੁਸੀਂ ਬੋਲਣ ਦੀ ਕੋਸ਼ਿਸ਼ ਕਰੋ। M1 L1 T -2। ਇਹ ਲੈਕਚਰ 2 ਜਾਂ ਫਸਟ ਵਿੱਚ ਦੇਖੋ ਕਿ ਕਿਸ ਤਰ੍ਹਾਂ ਅਸੀਂ ਡਾਈਮੈਂਸ਼ਨ ਫੋਰਸ ਦੀ ਨਿਕਾਲੀ ਸੀ, ਮਾਸ ਮਲਟੀਪਲਾਈ ਬਾਈ x ਰਿਲੇਸ਼ਨ ਦੇ ਨਾਲ। ਨਾਓ ਦਿਸ ਇਜ਼ ਡਿਸਟੈਂਸ, ਡਿਸਟੈਂਸ ਆ ਗਿਆ L, ਉੱਪਰ ਸਕੁਅਰ ਹੈ, ਇਹ ਆ ਗਿਆ ਸਾਡੇ ਕੋਲ L² ਡਿਵਾਈਡਡ ਬਾਈ ਦਿਸ ਇਜ਼ ਮਾਸ, ਦਿਸ ਇਜ਼ ਮਾਸ। ਮਾਸ ਨੂੰ ਜਦੋਂ ਮਾਸ ਨਾਲ ਮਲਟੀਪਲਾਈ ਕਰੋਗੇ
ਸਾਡੇ ਕੋਲ ਆ ਜਾਏਗਾ m2 m ਤੇ ਇਹ ਵੀ m ਪਾਵਰ ਐਡ ਹੋ ਗਈ m2 ਆ ਗਿਆ ਸਾਡੇ ਕੋਲ। ਨਾਓ ਇਹਨੂੰ ਜੇ ਅਸੀਂ ਫਰਦਰ ਸੋਲਵ ਕਰਦੇ ਹਾਂ, ਪਹਿਲਾਂ ਤੇ ਸਭ ਨਾਲੋਂ ਪਹਿਲਾਂ m ਵਾਲੀਆਂ ਟਰਮਸ ਜਿਹੜੀਆਂ ਨੇ ਉਹ ਆਪਾਂ ਇਕੱਠੀਆਂ ਕਰਾਂਗੇ। m1 ਇੱਕ ਹੀ ਹੈ, ਥੱਲੇ m2 ਜਦੋਂ ਉੱਪਰ ਲੈ ਕੇ ਜਾਓਗੇ ਪਾਵਰ ਮਾਈਨਸ ਹੋ ਜਾਏਗੀ, ਸਾਡੇ ਕੋਲ ਕੀ ਆਏਗਾ m1 2, ਇੱਥੇ ਪਾਵਰ 1 ਹੈ ਤੇ m ਦੀ ਪਾਵਰ ਉੱਪਰ ਜਾ ਕੇ -2 1 2 ਤੇ 1 2 ਸਾਡੇ ਕੋਲ ਕਿੰਨਾ ਆ ਜਾਏਗਾ -1। ਨਾਓ l ਵਾਲੀ ਟਰਮਸ ਇਕੱਠੀਆਂ ਕਰੋ, l ਇੱਥੇ 1 ਇੱਥੇ 2 ਪਾਵਰਸ ਨੂੰ ਐਡ ਕਰ ਲਓ, ਥੱਲੇ l ਹੈ ਹੀ ਨਹੀਂ, ਉੱਪਰ ਆ ਜਾਏਗਾ l3 m-1 l3 ਤੇ ਟਾਈਮ ਜਿਹੜਾ ਹੈ ਇਕੱਲਾ ਹੀ ਹੈ, t ਉੱਪਰ ਆ ਜਾਏਗਾ -2। ਦਿਸ ਇਜ਼ ਦਾ ਡਾਇਮੈਂਸ਼ਨਲ ਫਾਰਮੂਲਾ ਫॉर ਗ੍ਰੈਵਿਟੇਸ਼ਨਲ ਕਾਂਸਟੈਂਟ f m1 l1 t -2 डिस्टेंस ਦਾ ਸਕੁਅਰ ਮਾਸ ਇਨਟੂ ਮਾਸ m ਦੇ ਉੱਪਰ 2 ਆ ਗਈ, ਉੱਪਰ ਜਾ ਕੇ m -1 l ਸਾਡੇ ਕੋਲ ਜਿਹੜਾ ਹੈ ਉਹ 3 ਹੋ ਜਾਏਗਾ ਐਂਡ t -2। ਇਸ ਗ੍ਰੈਵਿਟੇਸ਼ਨਲ ਕਾਂਸਟੈਂਟ ਦੀ ਤੁਸੀਂ ਬੇਟਾ ਵੈਲਿਊ ਵੀ ਯਾਦ ਰੱਖਣੀ ਹੈ। ਇਹਦੀ ਵੈਲਿਊ ਹੁੰਦੀ ਹੈ 6.67 10 ਰੇਜ਼ ਟੂ ਪਾਵਰ -11। ਇਹ ਵੈਲਿਊ ਤੁਸੀਂ ਜਿਹੜੀ ਹੈ ਯਾਦ ਰੱਖਣੀ ਹੈ ਹਮੇਸ਼ਾ। ਕੈਪੀਟਲ G ਯੂਨੀਵਰਸਲ ਗ੍ਰੈਵਿਟੇਸ਼ਨਲ ਕਾਂਸਟੈਂਟ it is given by 6.67 10 raised to power -11। ਇਥੋਂ ਇਹਦੇ ਯੂਨਿਟ ਬਣਾਓ, ਹਾਂਜੀ ਕੋਸ਼ਿਸ਼ ਕਰੋ ਇਥੋਂ ਯੂਨਿਟ ਬਣਾਉਣ ਦੀ। ਮੈਂ ਸਿਰਫ ਵੈਲਿਊ ਲਿਖੀ ਹੈ, ਇਥੋਂ ਯੂਨਿਟ ਬਣਾਓ। SI ਯੂਨਿਟ, ਇੱਥੇ ਫੋਰਸ ਹੈ, ਫੋਰਸ ਵਾਸਤੇ ਤੁਹਾਡੇ ਕੋਲ ਨਿਊਟਨ, ਇੱਥੇ ਡਿਸਟੈਂਸ ਹੈ ਸਾਡੇ ਕੋਲ ਆ ਗਿਆ ਮੀਟਰ ਸਕੁਅਰ, ਨੀਚੇ ਮਾਸ ਇੱਕ ਹੋਰ ਮਾਸ ਹੈ ਕਿਲੋਗ੍ਰਾਮ, ਥੱਲੇ ਆ ਜਾਏਗਾ ਕਿਲੋਗ੍ਰਾਮ ਦਾ ਸਕੁਅਰ, ਨੀਚੇ ਆ ਜਾਏਗਾ kg ਸਕੁਅਰ ਤੇ ਇਹਨੂੰ ਜਦੋਂ ਉੱਪਰ ਲੈ ਕੇ ਜਾਓਗੇ ਨਿਊਟਨ ਮੀਟਰ ਸਕੁਅਰ ਤੁਹਾਡੇ ਕੋਲ ਆ ਜਾਏਗਾ ਪਰ kg ਸਕੁਅਰ। ਦਿਸ ਇਜ਼ ਦਾ ਯੂਨਿਟ ਆਫ ਕੈਪੀਟਲ G, ਨਿਊਟਨ ਮੀਟਰ ਸਕੁਅਰ ਪਰ ਕਿਲੋਗ੍ਰਾਮ ਸਕੁਅਰ। ਇਹਦਾ ਜਿਹੜਾ ਹੈ SI ਜਿਹੜਾ ਯੂਨਿਟ ਹੈ ਇਹਦੇ ਨਾਲ ਤੁਸੀਂ ਲਗਾਉਣਾ ਹੈ 6.67 10 raised to power -11 ਨਿਊਟਨ ਮੀਟਰ ਸਕੁਅਰ ਪਰ ਕਿਲੋਗ੍ਰਾਮ ਸਕੁਅਰ। ਇਹਨੂੰ ਯਾਦ ਰੱਖਣਾ ਹੈ। ਇੱਕ ਸਾਡੇ ਕੋਲ ਟਰਮ ਆਂਦੀ ਹੈ ਸਮਾਲ g, ਇਹ ਭੁਲੇਖਾ ਨਹੀਂ ਖਾਣਾ। ਇਟ ਇਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਇਹ ਜਸਟ ਐਕਸਲਰੇਸ਼ਨ ਹੈ, ਜਿੰਨੀ ਐਕਸਲਰੇਸ਼ਨ ਅਰਥ ਕਰਕੇ ਕਿਸੇ ਬਾਡੀ ਵਿੱਚ ਪੈਦਾ ਹੁੰਦੀ ਹੈ ਲਾਈਕ ਦਿਸ, ਇਹਨੂੰ ਮੈਂ ਛੱਡ ਦੂੰਗਾ ਤੇ ਅਰਥ ਨੇ ਖਿੱਚਣਾ ਹੈ। ਇਹਦੇ ਵਿੱਚ ਜਿਹੜੀ ਹੈ ਐਕਸਲਰੇਸ਼ਨ ਪੈਦਾ ਹੋਈ, ਦਿਸ ਇਜ਼ ਕਾਲਡ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਜੇ ਇਹ ਐਕਸਲਰੇਸ਼ਨ ਹੈ ਤੇ ਇਹਦੀ ਡਾਇਮੈਂਸ਼ਨ m0 l1 t -2 m0 l1 t -2 ਇਹ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਟ ਇਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਐਂਡ ਦਿਸ ਇਜ਼ ਯੂਨੀਵਰਸਲ ਗ੍ਰੈਵਿਟੇਸ਼ਨਲ ਕਾਂਸਟੈਂਟ। ਇਹਦੀ ਵੈਲਿਊ ਹਮੇਸ਼ਾ ਇੰਨੀ ਰਹੇਗੀ ਤੇ ਯੂਨਿਟ ਵੀ ਇਹਦੇ ਨਾਲ ਲਗਾਣੇ ਆ, ਇਹਨੂੰ ਯਾਦ ਰੱਖ ਲੈਣਾ। ਨਾਓ the next term is gas constant। ਇਹ ਤੁਸੀਂ ਕੈਮਿਸਟਰੀ ਦੇ ਵਿੱਚ ਪੜ੍ਹ ਚੁੱਕੇ ਹੋ, ਯੂਨੀਵਰਸਲ ਗੈਸ ਕਾਂਸਟੈਂਟ। ਕੈਮਿਸਟਰੀ ਦੇ ਵਿੱਚ ਤੁਸੀਂ ਇਹ ਵਾਲੀ ਇੱਕ ਇਕੁਏਸ਼ਨ ਪੜ੍ਹੀ ਹੈ PV = nRT, ਆਈਡੀਅਲ ਗੈਸ ਇਕੁਏਸ਼ਨ ਬੋਲਦੇ ਇਸ ਨੂੰ ਅਸੀਂ, ਆਈਡੀਅਲ ਗੈਸ ਇਕੁਏਸ਼ਨ। ਕਿ ਕੋਈ ਵੀ ਗੈਸ ਜੇ ਉਹਦਾ ਪ੍ਰੈਸ਼ਰ, ਵੋਲਿਊਮ, ਟੈਂਪਰੇਚਰ ਜਾਂ ਨੰਬਰ ਆਫ ਮੋਲਸ ਦੀ ਸਟੱਡੀ ਕਰਨੀ ਹੈ ਤੇ ਇਸ ਇਕੁਏਸ਼ਨ ਤੋਂ ਆਪਾਂ ਸਟੱਡੀ ਕਰਦੇ ਹਾਂ। ਦਿਸ ਇਜ਼ ਕਾਲਡ ਆਈਡੀਅਲ ਗੈਸ ਇਕੁਏਸ਼ਨ। ਕੋਈ ਵੀ ਵੈਸੇ ਗੈਸ ਆਈਡੀਅਲ ਨਹੀਂ ਹੁੰਦੀ। ਅਸੀਂ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਗੈਸ ਹੈ ਉਹ ਨੀਅਰਲੀ ਆਈਡੀਅਲ ਹੈ ਐਟ ਹਾਈ ਟੈਂਪਰੇਚਰ ਐਂਡ low pressure. Now PV is equal to nRT. This is ideal gas equation. ਜਿਹਦੇ ਵਿੱਚ ਜਿਹੜਾ R ਹੈ ਇਹਦੀ ਜੇ ਵੈਲਿਊ ਮੈਂ ਨਿਕਾਲਾਂ, R is a constant, it is called gas constant. R ਦੀ ਵੈਲਿਊ ਕਿੰਨੀ ਆਏਗੀ? R ਨੂੰ ਇੱਥੇ ਰਹਿਣ ਦਿਓ, ਆ ਦੋਨੋਂ ਚੀਜ਼ਾਂ ਇਹਦੇ ਨੀਚੇ ਆ ਜਾਣਗੀਆਂ, PV over NT. R is called universal gas constant ਜਾਂ ਸਿੰਪਲ ਅਸੀਂ ਇਹਨੂੰ gas constant ਬੋਲ ਦਿੰਦੇ ਹਾਂ। ਇਸ ਦੀ ਜਿਹੜੀ ਵੈਲਿਊ ਵੀ ਤੁਹਾਨੂੰ ਪਹਿਲਾਂ ਯਾਦ ਕਰਨੀ ਪਏਗੀ 8.31, ਇਹਦੇ ਯੂਨਿਟ ਮੈਂ ਬਾਅਦ ਚ ਬਣਾਉਣਾ ਹੈ। ਇਹਦੀ ਜਿਹੜੀ ਵੈਲਿਊ ਆਏਗੀ 8.31 SI
सिस्टम दे दी वैल्यू 8.31 होंदी है गैस कांस्टेंट। नाउ P प्रेशर ऑफ गैस, V वॉल्यूम, T टेम्परेचर, N इज द नंबर ऑफ मोल। नंबर ऑफ मोल मीन्स क्वांटिटी ऑफ मैटर। ਇਹ ਸਾਡੇ ਕੋਲ ਨੰਬਰ ਆਫ ਮੋਲਸ ਨੇ। ਨਾਓ ਇਹਦੀ ਅਸੀਂ ਡਾਈਮੈਂਸ਼ਨਲ ਫਾਰਮੂਲਾ ਤਿਆਰ ਕਰਨਾ ਹੈ। P ਪ੍ਰੈਸ਼ਰ। ਹੁਣ ਅਸੀਂ ਪਹਿਲਾਂ ਪ੍ਰੈਸ਼ਰ ਦਾ ਗੱਲ ਕਰੀਏ। ਪ੍ਰੈਸ਼ਰ ਦਾ ਫਾਰਮੂਲਾ ਪੜਿਆ ਸੀ ਕਿ ਫੋਰਸ ਓਵਰ ਏਰੀਆ। ਪ੍ਰੈਸ਼ਰ ਦਾ ਫਾਰਮੂਲਾ ਅਸੀਂ ਪਿੱਛੇ ਡਿਸਕਸ ਕੀਤਾ, ਡਾਈਮੈਂਸ਼ਨਲ ਫਾਰਮੂਲਾ। ਪ੍ਰੈਸ਼ਰ ਇਜ਼ ਗਿਵਨ ਬਾय ਫੋਰਸ ਓਵਰ ਏਰੀਆ, ਤੇ ਫੋਰਸ ਦੀ ਜਗ੍ਹਾ ਤੇ ਬੋਲੋ ਬੇਟਾ m1 l1 t - 2 डिवाइडेड बाय एरिया। एरिया वास्ते L स्क्वायर ते M वाली टर्मां इकट्ठियां कर लियां असी, इनू स्क्वायर ब्रैकेट च पा लो। M1 ही रहेगा, L2 ऊपर जाएगा ते साडे कोल कितना बचेगा -1। 1 विच 2 गया, ए ऑलरेडी आपां डिस्कस कीता। दिस इज द डायमेंशन फार्मूला फॉर प्रेशर। ਅਸੀਂ ਇੱਥੇ ਪੁੱਟ ਕਰਾਂਗੇ m1 l - 1 t - 2। ਇਹ ਤੇ ਆ ਗਿਆ ਸਾਡੇ ਕੋਲ ਪ੍ਰੈਸ਼ਰ ਦਾ। ਜੇ ਆ ਪ੍ਰੈਸ਼ਰ ਹੈ, ਅੱਗੇ ਆ ਗਿਆ ਵੋਲੀਅਮ ਆਫ ਗੈਸ। ਤੇ ਵੋਲੀਅਮ ਦਾ ਜਿਹੜਾ ਸਾਨੂੰ ਫਾਰਮੂਲਾ ਜਿਹੜਾ ਪਤਾ ਹੈ, ਵੋਲੀਅਮ ਸਿੰਪਲ ਮੀਟਰ ਕਿਊਬ l ਕਿਊਬ ਡਿਵਾਈਡਡ ਬਾਈ ਦਿਸ ਇਜ਼ ਨੰਬਰ ਆਫ ਮੋਲ। ਮੋਲ ਵਾਸਤੇ ਅਸੀਂ ਲਿਖਾਂਗੇ mol। ਇਹ ਵੀ ਇੱਕ ਸਾਡੀ ਜਿਹੜੀ ਹੈ ਫੰਡਾਮੈਂਟਲ ਕੁਆਂਟੀਟੀ ਹੈ। ਉਹਦੀ ਡਾਈਮੈਂਸ਼ਨ ਕਿਵੇਂ ਲਿਖਦੇ ਆ mol ਮੋਲ। नाउ T टेम्परेचर। टेम्परेचर वास्ते अगे डिस्कस किया सी कि साडे कोल 7 फंडामेंटल क्वांटिटी ने ते ओ साडियां 7 डायमेंशनस बन जांदियां ने। दिस इज केल्विन। टेम्परेचर वास्ते असी केल्विन, नंबर ऑफ मोल, बाकी तुहानू पता है प्रेशर ते वॉल्यूम दी डायमेंशन कर दिते। आओ इनू इकट्ठा करदे आ। M होर किते नहीं है, साडे कोल आ गया m1। L दी गल करिए l - 1, इथे 3 पावर ऐड करो, 3 - 1 साडे कोल आ जाएगा 3 विचों 1 गए 2। उस तो बाद साडे कोल आ गया T ऊपर आ गया साडे कोल -2। होर T नहीं है। अगे आ गया साडे कोल मोल उत्ते -1, इहनू ऊपर लै गए ते नाल केल्विन है, इहदे ऊपर भी साडे कोल जिहड़ा है -1। दिस इज द डायमेंशनल फार्मूला फॉर गैस कांस्टेंट। ਇਹਦੀ ਵੈਲਿਊ 8.31। ਜੇ ਅਸੀਂ ਧਿਆਨ ਨਾਲ ਦੇਖੀਏ ਆਹ ਵਾਲੀ ਡਾਈਮੈਂਸ਼ਨ ਕੀ ਦੀ ਬਣਦੀ ਹੈ, ਇਹਨੂੰ ਧਿਆਨ ਨਾਲ ਦੇਖੋ। ਆਹ ਡਾਈਮੈਂਸ਼ਨ ਚੈੱਕ ਕਰੀਏ ਕਿ ਆਹ ਡਾਈਮੈਂਸ਼ਨ ਹੈ ਕੀ ਨਹੀਂ। ਆਓ ਸਭ ਨਾਲ ਪਹਿਲਾਂ ਅਸੀਂ ਵਰਕ ਤੋਂ ਚੈੱਕ ਕਰਦੇ ਹਾਂ। ਵਰਕ ਦਾ ਫਾਰਮੂਲਾ ਫੋਰਸ ਇਨਟੂ ਡਿਸਪਲੇਸਮੈਂਟ, ਇਹ ਅਸੀਂ ਡਿਸਕਸ ਕਰ ਚੁੱਕੇ ਹਾਂ। फोर्स दी डायमेंशन m1 l1 t - 2। ਇਹ ਤੇ ਆ ਗਈ फोर्स दी। ਨਾਲ डिस्टेंस आ गया साडे कोल l। साडे कोल की आएगा m1 l इकट्ठे कर लो। l ऊपर कितना हो गया 2 ते t ऊपर हो गया साडे कोल -2। ਇਹ डायमेंशन फार्मूला है वर्क दा। दिस इज द डायमेंशन फार्मूला फॉर, ਇਹ ਸਾਡਾ वर्क दा डायमेंशन फार्मूला है इन्ना हिस्सा। ਇਹਦਾ ਮਤਲਬ ਜੇ ਮੈਂ ਇਹਦੇ ਯੂਨਿਟ ਲਿਖਨੇ ਆ, ਇਹ ਹਿੱਸਾ ਵਰਕ ਤੇ ਵਰਕ ਦਾ ਜਿਹੜਾ SI ਯੂਨਿਟ ਹੁੰਦਾ ਹੈ ਜਾਊਲ। ਵਰਕ ਦਾ SI ਯੂਨਿਟ ਜਾਊਲ। ਅੱਗੇ ਆ ਗਿਆ ਸਾਡੇ ਕੋਲ ਪਰ ਮੋਲ, ਨਾਲ ਆ ਗਿਆ ਸਾਡੇ ਕੋਲ ਪਰ ਕੈਲਵਿਨ। ਇਹ ਸਾਡੀ ਜਿਹੜੀ ਹੈ ਟੋਟਲ ਵੈਲਿਊ ਯਾਦ ਕਰ ਲਓ। R ਦੀ ਵੈਲਿਊ 8.31 ਜਾਊਲ ਪਰ ਮੋਲ ਪਰ ਕੈਲਵਿਨ। ਇਹ ਜਾਊਲ ਕਿੱਥੋਂ ਆ ਗਿਆ? ਕਿਉਂਕਿ ਸਾਡੇ ਕੋਲ m1 l2 t - 2 ਦਿਸ ਇਜ਼ ਦਾ ਡਾਇਮੈਂਸ਼ਨ ਆਫ ਵਰਕ। ਇਹਦਾ ਮਤਲਬ ਵਰਕ ਹੈ, ਇਹਦੀ ਜਗ੍ਹਾ ਤੇ ਯੂਨਿਟ ਜਾਊਲ ਪਰ ਮੋਲ ਪਰ ਕੈਲਵਿਨ। ਇੱਥੋਂ ਤੁਸੀਂ ਸਿੱਧਾ ਹੀ ਜਿਹੜਾ ਹੈ ਇਹਦੇ ਯੂਨਿਟ ਜਿਹੜੇ ਹੈ ਨਿਕਾਲ ਸਕਦੇ ਆ। ਨਾਓ PV = nRT, ਇਹਨੂੰ ਆਪਣੇ ਮਾਈਂਡ 'ਚ ਰੱਖਣਾ। ਦਿਸ ਇਜ਼ ਕਾਲਡ ਦਾ ਆਈਡੀਅਲ ਗੈਸ ਇਕੁਏਸ਼ਨ and 8.31 is the value of gas constant. P pressure, V volume, etc. N is the number of moles. Now the next one is Avogadro number. ਇਹ ਵੀ ਸਾਡੇ ਕੋਲ ਇੱਕ ਕਾਂਸਟੈਂਟ ਹੈ ਐਵੋਗੈਡਰੋ ਨੰਬਰ, ਜਿਹਦੀ ਜਿਹੜੀ ਵੈਲਿਊ ਹੈ ਹਮੇਸ਼ਾ
सेम रहिंदी है। एवोगैड्रो नंबर का मतलब है कि एक मोल दे विच किन्ने एटम्स या मालिक्यूल्स या पार्टिकल्स जिहड़े ने कंटेन्ड होंदे। मान लो कि साडे कोल कोई अमाउंट है 1 मोल, क्वांटिटी कितनी है साडे कोल 1 मोल, ਉਹਦੇ ਵਿੱਚ हमेशा ही एटम या मालिक्यूल्स ਦੀ ਜਿਹੜੀ ਗਿਣਤੀ ਹੈ ਉਹ ਹਮੇਸ਼ਾ ਸੇਮ ਰਹਿੰਦੀ ਹੈ। ਇਹ ਬਾਅਦ ਚ ਡਿਸਕਸ ਕਰਾਂਗੇ। ਐਂਡ ਦੈਟ ਨੰਬਰ ਇਜ਼ ਕਾਲਡ ਐਵੋਗੈਡਰੋ ਨੰਬਰ। ਇਹਦੀ ਵੈਲਿਊ ਤੁਸੀਂ ਯਾਦ ਰੱਖਣੀ ਹੈ 6.023 10 raised to power 23। ਹਮੇਸ਼ਾ 1 ਮੋਲ ਦੇ ਵਿੱਚ ਇੰਨੇ ਜਿਹੜੇ ਨੇ ਸਾਡੇ ਕੋਲ ਜਿਹੜੇ ਮਾਲੀਕਿਊਲਸ ਆਉਂਦੇ ਨੇ 6.023 10 raised to power 23। ਇਹਦੇ ਵਿੱਚ ਬਾਅਦ ਤੁਸੀਂ ਐਵੋਗੈਡਰੋ ਲਾਅ ਵਗੈਰਾ ਅਸੀਂ ਪੜਾਂਗੇ। ਨਾਓ ਇਹਨਾਂ ਯਾਦ ਰੱਖਣਾ ਹੈ ਕਿ ਇੱਕ ਮੋਲ ਦੇ ਵਿੱਚ ਕਿੰਨੇ ਮਾਲੀਕਿਊਲਸ ਆਉਂਦੇ ਨੇ, ਐਟਮ ਆਉਂਦੇ ਨੇ, ਇਹਨਾਂ ਨੂੰ ਯਾਦ ਰੱਖਣਾ ਹੈ। ਇਹਦਾ ਫਾਰਮੂਲਾ ਕੀ ਹੈ? नंबर ऑफ एटम्स थले आ गया मोल पर मोल। एक मोल दे विच किन्ने एटम? एटम तो एक नंबर है, एदी कोई डायमेंशन नहीं। ऊपर 1, नीचे आ गया साडे कोल मोल। मोल वास्ते साडे कोल MOL ऊपर जाएगा, M 0 आ जाएगा, L 0 आ जाएगा, T 0 आ जाएगा ਤੇ ਸਾਡੇ ਕੋਲ ਜਿਹੜਾ ਹੈ ਮੋਲ ਉੱਪਰ ਸਾਡੇ ਕੋਲ -1। ਦਿਸ ਇਜ਼ ਆ ਡਾਇਮੈਂਸ਼ਨ ਫਾਰਮੂਲਾ। ਇਟ ਇਜ਼ ਅ ਨੰਬਰ ਆਫ ਐਟਮ ਔਰ ਮਾਲੀਕਿਊਲਸ, ਨੰਬਰ ਆਫ ਐਟਮਸ ਔਰ ਮਾਲੀਕਿਊਲਸ ਪਰ ਮੋਲ। ਨੰਬਰ ਆਫ ਐਟਮਸ ਉਹ ਤੇ ਨੰਬਰ ਹੈ, ਨੰਬਰ ਜਿਹੜਾ ਹੈ ਨੰਬਰ ਸਿਸਟਮ 1 2 3 4 ਜਿੰਨੇ ਵੀ ਨੰਬਰ ਨੇ ਇਹਦੀ ਕੋਈ ਡਾਇਮੈਂਸ਼ਨ ਨਹੀਂ। ਨੀਚੇ ਮੋਲ, ਮੋਲ ਉੱਪਰ ਜਾ ਕੇ ਜਿਹੜਾ ਹੈ -1। ਦਿਸ ਇਜ਼ ਦ ਡਾਇਮੈਂਸ਼ਨ ਫਾਰਮੂਲਾ ਫॉर ਐਵੋਗੈਡਰੋ ਨੰਬਰ। ਨਾਓ the one more main dimensional constant is Planck's constant। ਸਾਡੇ ਕੋਲ constant ਇੱਕ ਹੋਰ ਆਇਆ, ਇਹਦੀ ਵੀ ਜਿਹੜੀ ਹੈ ਅਸੀਂ ਅੱਗੇ dimensional formula ਦੇ ਵਿੱਚ ਅੱਗੇ numerical ਕੱਢਨੇ ਆ। ਇਹਦੇ ਵਿੱਚ ਇਹਦਾ ਕਾਫੀ ਜ਼ਿਆਦਾ ਜਿਹੜਾ ਹੈ ਰੋਲ ਹੈ। now Planck's constant, ਸਨ ਤੋਂ ਜਿਹੜੀ ਲਾਈਟ ਆਂਦੀ ਹੈ ਸਾਡੇ ਤੱਕ ਪਹੁੰਚ ਰਹੀ ਹੈ। ਲਾਈਟ ਜਦੋਂ ਸਾਡੇ ਤੱਕ ਆ ਰਹੀ ਹੈ ਤੇ ਸਾਡੇ ਲਾਈਟ ਤੇ ਆਂਦੀ ਹੈ ਨਾਲ એનર્ਜੀ ਵੀ ਟਰੈਵਲ ਕਰਦੀ ਹੈ। ਐਂਡ ਦ એનર્ਜੀ ਟਰੈਵਲਸ ਇਨ ਦਾ ਫਾਰਮ ਆਫ ਸਮਾਲ ਪੈਕਟਸ। એનર્ਜੀ ਜਿਹੜੀ ਟਰੈਵਲ ਕਰਦੀ ਹੈ ਛੋਟੇ ਛੋਟੇ ਪੈਕਟਸ, ਕੁਐਂਟਾ, ਨਿੱਕੇ ਨਿੱਕੇ ਪਾਰਟੀਕਲਸ ਦੇ ਨਾਲ ਜਿਹੜੀ ਹੈ એનર્ਜੀ ਜਿਹੜੀ ਹੈ ਉਹ ਟਰੈਵਲ ਕਰਦੀ ਹੈ। ਤੇ ਇਸ એનર્ਜੀ ਨੂੰ ਨਿਕਾਲਣ ਦਾ ਜਿਹੜਾ ਫਾਰਮੂਲਾ ਹੈ E = h nu। न्यू मैंने फ्रीक्वेंसी ऑलरेडी डिस्कस किया। E = h न्यू। इनू बेटा पढ़ते की है न्यू सिंबल की है, इस तरह करके घुमा देना। नाउ E मीन्स एनर्जी, H जिहड़ा है इत्थे प्लैंक्स कांस्टेंट आया एंड न्यू इज द फ्रीक्वेंसी। सनलाइट तो जिहड़ी एनर्जी साडे तक पहुंच रही है इन द फॉर्म ऑफ स्मॉल पैकेट्स ਤੇ ਉਹ ਜਿਹੜੀ ਹੈ ਇੱਕ ਸਮਾਲ ਪੈਕਟ ਜਿਹੜਾ ਹੈ ਕੁਐਂਟਾ, ਉਹਦੀ એનર્ਜੀ ਨਿਕਾਲਣੀ ਹੋਵੇ ਫੋਟੋਨ ਦੀ ਤੇ ਅਸੀਂ ਕਿਸਾ ਨਿਕਾਲਦੇ ਆ E = h nu ਤੇ ਵਿੱਚੋਂ ਅਸੀਂ ਨਿਕਾਲਣਾ ਹੈ h। ਸਾਡੇ ਕੋਲ ਆ ਜਾਏਗਾ E/nu। what is E? E is the energy of sunlight। एनर्जी वर्क सेम, एनर्जी ਦਾ ਡਾਇਮੈਂਸ਼ਨਲ ਫਾਰਮੂਲਾ वर्क के बराबर m1 l2 t - 2 ਤੇ फ्रीक्वेंसी इज अ रेसिप्रोकल ऑफ टाइम। फ्रीक्वेंसी ਜਿਹੜੀ ਹੈ टाइम ਦਾ ਇਨਵਰਸ ਹੁੰਦੀ ਹੈ t - 1। ਨਾਓ ਇਹਨੂੰ ਅਸੀਂ ਸੋਲਵ ਕਰੀਏ। ਸਾਡੇ ਕੋਲ ਕੀ ਆਏਗਾ m1 l2 t - 2 ਤੇ ਉੱਪਰ ਹੈ ਹੀ ਹੈ। ਇਹ -1 ਉੱਪਰ ਜਾ ਕੇ ਸਾਡੇ ਕੋਲ +1 ਬਣ ਜਾਏਗਾ। ਟਾਈਮ ਵਾਲੀਆਂ ਟਰਮਾਂ ਇਕੱਠੀਆਂ ਕਰਤੀਆਂ m1 L2 T ਵਾਲੀਆਂ ਦੋ ਟਰਮਸ ਨੇ, ਇਹਨੂੰ ਉੱਪਰ ਖੜੋਗੇ ਤੇ ਪਲੱਸ ਚ ਹੋ ਜਾਏਗੀ। ਇੱਥੇ ਜਾ ਕੇ ਅਸੀਂ ਪਲੱਸ ਨਾਲ ਕਰਤਾ, ਸਾਡੇ ਕੋਲ ਆ ਗਿਆ M1 L2 T - 1। This is the dimensional formula for Planck's constant। ਇਹ ਸਾਇੰਟਿਸਟ ਦਾ ਨੇਮ ਹੈ ਜਿਨੇ ਇਹਦੇ ਬਾਰੇ ਸਟੱਡੀ ਕੀਤਾ એનર્ਜੀ ਬਾਰੇ। Now M1 L2 T - 1, this is the dimensional formula। ਇਹਦੀ ਜਿਹੜੀ ਹੈ ਵੈਲਿਊ ਵੀ ਅਸੀਂ ਯਾਦ ਰੱਖਾਂਗੇ। प्लैंक्स कांस्टेंट ਦੀ ਵੈਲਿਊ 6.67 6.6 ਲਿਖ ਲਓ ਮਲਟੀਪਲਾਈ ਬਾਈ 10 - 34।
ਇਹਦੀ ਵੈਲਿਊ ਹੁੰਦੀ ਹੈ h ਦੀ ਵੈਲਿਊ, ਇਹਨੂੰ ਯਾਦ ਰੱਖਣਾ ਹੈ 6.6 ਨੂਮੈਰੀਕਲ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰਨਾ ਹੈ 6.6 ਮਲਟੀਪਲਾਈ 10 ਰੇਜ਼ ਟੂ ਪਾਵਰ -34। ਅੱਗੇ ਸਾਡੇ ਕੋਲ ਜਾਊਲ ਸੈਕੰਡ, ਇਹ ਇਹਦਾ SI ਯੂਨਿਟ ਹੈ। ਇਹ ਕਿਸ ਤਰ੍ਹਾਂ ਆਇਆ, H = E/μ। E એનર્ਜੀ ਕੱਚ ਆ ਗਈ ਸਾਡੀ ਜਾਊਲ ਚ, ਥੱਲੇ ਫ੍ਰੀਕੁਐਂਸੀ ਰੈਸੀਪ੍ਰੋਕਲ ਆਫ ਟਾਈਮ ਹੈ, ਇਹ ਉੱਪਰ ਜਾਏਗਾ ਤੇ ਟਾਈਮ ਬਣ ਜਾਏਗਾ, ਸਾਡੇ ਕੋਲ ਆ ਜਾਏਗਾ ਸੈਕੰਡ। 6.6 into 10 raised to power -34 joule second. This is the value, always keep in mind. Now ਇਸ ਤਰ੍ਹਾਂ ਜਿਹੜੇ ਨੇ ਅਸੀਂ ਡਾਈਮੈਂਸ਼ਨਲ ਕਨਸਟੈਂਟ ਬਾਰੇ ਪੜਿਆ, ਇਹਨਾਂ ਦੀ ਡਾਈਮੈਂਸ਼ਨ ਹੈ ਬਟ ਇਹਨਾਂ ਦੀ ਜਿਹੜੀ ਵੈਲਿਊ ਹੈ ਕਨਸਟੈਂਟ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਕੁਝ ਜਿਹੜੀਆਂ ਡਾਈਮੈਂਸ਼ਨਸ ਜਿਹੜੀਆਂ ਨੇ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਯਾਦ ਰੱਖਣੀਆਂ ਹੈ, ਕਿਉਂਕਿ ਅਸੀਂ ਅੱਗੇ ਨਿਊਮੈਰੀਕਲ ਜਿਹੜੇ ਹੈ ਨੈਕਸਟ ਲੈਕਚਰ ਵਿੱਚ ਸੋਲਵ ਕਰਨੇ ਆ। ਉਦੋਂ ਸਾਨੂੰ ਜਿਹੜੀ ਹੈ ਡਾਈਮੈਂਸ਼ਨ ਸਿੱਧੀ ਯਾਦ ਹੋਣੀ ਚਾਹੀਦੀ ਹੈ, ਅਦਰਵਾਈਜ਼ ਤੁਹਾਡਾ ਜਿਹੜਾ ਹੈ ਪੇਪਰ ਦੇ ਵਿੱਚ ਟਾਈਮ ਜਿਹੜਾ ਵੇਸਟ ਹੋ ਸਕਦਾ ਹੈ। ਕਿਉਂਕਿ ਪਹਿਲਾਂ ਜੇ ਤੁਸੀਂ ਡਾਈਮੈਂਸ਼ਨ ਨਿਕਾਲਣ ਲੱਗ ਜਾਓਗੇ ਸਾਈਡ ਦੇ ਉੱਤੇ ਤੇ ਫਿਰ ਸਾਡਾ ਜਿਹੜਾ ਨਿਊਮੈਰੀਕਲ ਜਿਹੜਾ ਰਹਿ ਜਾਏਗਾ, ਟਾਈਮ ਵੇਸਟ ਹੋਏਗਾ। ਕੁਝ ਡਾਈਮੈਂਸ਼ਨਸ ਜਿਹੜੀਆਂ ਨੇ, ਜਿਹੜੇ ਮੈਂ ਤੁਹਾਨੂੰ ਡਾਈਮੈਂਸ਼ਨਲ ਕਨਸਟੈਂਟ ਦੀ ਗੱਲ ਕਰ ਰਿਹਾ, ਇਹਨਾਂ ਦੀ ਡਾਈਮੈਂਸ਼ਨ ਜਿਹੜੀ ਹੈ ਤਕਰੀਬਨ ਆਪਣੇ ਮਾਈਂਡ ਵਿੱਚ ਹਮੇਸ਼ਾ ਨਾਲ ਯਾਦ ਰੱਖਣੀ ਹੈ। ਬਾਕੀ ਜਿਹੜੀ ਹੈ ਫੋਰਸ m1 l1 t-2 ਤੇ ਵਰਕ ਦੀ ਤੇ ਮਿੰਟ ਚ ਨਿਕਲ ਆਏਗੀ, ਫੋਰਸ ਇਨਟੂ ਡਿਸਟੈਂਸ ਨਾਲ l2 ਆ ਜਾਏਗਾ। ਇਸ ਤਰ੍ਹਾਂ ਇਹਨਾਂ ਦੀ ਵੈਲਿਊ ਜਿਹੜੀਆਂ ਤੁਸੀਂ ਯਾਦ ਰੱਖਣੀ ਹੈ ਤਾਂ ਜੋ ਅਸੀਂ ਨਿਊਮੈਰੀਕਲ ਜਿਹੜੇ ਨੇ ਅੱਛੇ ਤਰੀਕੇ ਦੇ ਨਾਲ ਸੋਲਵ ਕਰ ਸਕੀਏ। ਨਾਓ ਨੈਕਸਟ ਟੌਪਿਕ which is very important, principle of homogeneity। ਸਾਡੇ ਕੋਲ ਜਿਹੜਾ ਹੈ principle of homogeneity ਬਹੁਤ ਹੀ ਇੰਪੋਰਟੈਂਟ ਹੈ। ਇਥੋਂ ਤੁਹਾਡੇ ਮੰਨ ਲਓ ਕਿ ਨਿਊਮੈਰੀਕਲ ਜਿਹੜੇ ਨੇ ਇਥੋਂ ਚਾਲੂ ਹੋ ਜਾਂਦੇ ਨੇ। ਔਰ ਇਸ ਨੂੰ ਅਸੀਂ ਸਮਝੀਏ, ਵਾਟ ਇਜ਼ ਦਾ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਈਮੈਂਸ਼ਨਸ। ਇਹ ਕੀ ਚੀਜ਼ ਹੈ? ਸਪੋਜ਼ ਵੀ ਹੈਵ ਐਨ ਫਿਜ਼ੀਕਲ ਇਕੁਏਸ਼ਨ, ਸਾਡੇ ਕੋਲ ਇੱਕ ਇਕੁਏਸ਼ਨ ਹੈ S = ut + ½ at²। ਤੁਹਾਨੂੰ ਲੱਗਦਾ ਹੈ ਚੇਤਾ ਆ ਗਈ ਹੋਏਗੀ 9th ਕਲਾਸ ਦੇ ਵਿੱਚ ਜਦੋਂ ਅਸੀਂ ਪਹਿਲਾ ਯੂਨਿਟ ਪੜ੍ਹਦੇ ਹਾਂ ਮੋਸ਼ਨ, ਐਕਸਲਰੇਟਿਡ ਮੋਸ਼ਨ, ਉਦੋਂ ਸਾਨੂੰ ਪਤਾ ਹੈ S = ut + ½ at² ਬਾਰੇ ਪੜ੍ਹਦੇ, ਇਹਨੂੰ ਬੋਲਦੇ ਇਕੁਏਸ਼ਨਸ ਆਫ ਮੋਸ਼ਨ ਆਫ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਇਹਦੇ ਤਿੰਨ ਇਕੁਏਸ਼ਨ ਹੈ, v = u + at, S = ut + ½ at², v² - u² = 2as। ਉਹਦੇ ਬਾਰੇ ਵੀ ਡਿਸਕਸ ਕਰਦੇ ਹਾਂ। ਸਭ ਨਾਲ ਪਹਿਲਾਂ S = ut + ½ at²। S ਦਾ ਮਤਲਬ ਸਾਡਾ ਆ ਗਿਆ ਡਿਸਪਲੇਸਮੈਂਟ, U ਮੈਨੇ ਇਨੀਸ਼ੀਅਲ ਵੈਲੋਸਿਟੀ, T ਦਾ ਮਤਲਬ ਟਾਈਮ, A यूनिफॉर्म एक्सेलरेशन, ਅੱਗੇ ਸਾਡੇ ਕੋਲ T ਅਗੇਨ ਆ ਗਿਆ ਟਾਈਮ। ਇਸ ਫਾਰਮੂਲੇ ਦੇ ਵਿੱਚ ਸਾਡੇ ਕੋਲ 3 ਟਰਮਸ ਨੇ, ਇੱਕ ਆ ਟਰਮ, ਇੱਕ ut 2 ਤੇ ਇੱਕ ਸਾਡੇ ਕੋਲ ਆ ਟਰਮ ਹੈ। ਸਾਡੇ ਕੋਲ ਫਾਰਮੂਲਾ ਜਿਹੜਾ ਹੈ 3 ਟਰਮਸ ਦਾ ਬਣਿਆ, ਨੰਬਰ 1 S, ਇੱਕ ut, ਇੱਕ ½ at²। ut ਨੂੰ ਤੁਸੀਂ ਇੱਕੋ ਹੀ ਮੰਨਣਾ ਹੈ, ਜਿਹੜੀ ਪ੍ਰੋਡਕਟ ਵਾਲੀ ਚੀਜ਼ ਹੈ ਜਾਂ ਡਿਵਾਈਡ ਵਾਲੀ ਚੀਜ਼ ਹੈ ਉਹਨੂੰ ਇੱਕ ਸਿੰਗਲ ਟਰਮ ਮੰਨਣਾ ਹੈ। ਤੇ ਜੇ ਇਸ ਤਰ੍ਹਾਂ ਹੁੰਦਾ ਬਾਈ ਚਾਂਸ ਫਿਰ ਇਹ 2 ਟਰਮਸ ਹੁੰਦੀਆਂ, ਪਰ ਇਹ ਹੋ ਨਹੀਂ ਸਕਦਾ। ਵੈਲੋਸਿਟੀ ਵਿੱਚ ਕਦੀ ਟਾਈਮ ਜਿਹੜਾ ਹੈ ਐਡ ਨਹੀਂ ਹੋ ਸਕਦਾ। ਨਾਓ ਫਸਟ ਟਰਮ, ਸੈਕੰਡ ਟਰਮ ਐਂਡ ਦਿਸ ਇਜ਼ ਅ ਥਰਡ ਟਰਮ। ਨਾਓ ਦਿਸ ਇਜ਼ ਡਿਸਪਲੇਸਮੈਂਟ, S ਇਜ਼ ਡਿਸਪਲੇਸਮੈਂਟ। ਜੇ ਮੈਂ ਇਹਦੀ ਡਾਈਮੈਂਸ਼ਨ ਲਿਖਦਾ ਹਾਂ ਤੇ ਸਾਨੂੰ ਪਤਾ ਲੱਗ ਗਿਆ ਇਟ ਵਿਲ ਬੀ L, ਡਾਈਮੈਂਸ਼ਨ L ਆ ਗਈ। ਉਸ ਤੋਂ ਬਾਅਦ ਸੈਕੰਡ ਟਰਮ ਤੇ ਆਈ ਹੈ ut, U means velocity initial, m0 l1 t-1, this is the velocity
एंड व्हाट इज टी, टी दे मतलब आ गया टाइम, एज सैकंड पार्ट जिहड़ा है सैकंड टर्म ओदी डायमेंशन मैं पुट कर दी वेलोसिटी ते टाइम, प्लस 1/2 इट इज ए कांस्टेंट, कांस्टेंट नंबर दी कोई डायमेंशन नहीं हुंदी। अगे आ गया ए दा मतलब एक्सेलरेशन, साडे कोल आ गया m0 l1 t -2 आ एक्सेलरेशन, अगे t ऊपर स्केयर है, साडे को t ऊपर आ गया 2। ਅਸੀਂ ਕੀ ਕੀਤਾ, ਜਿੰਨੀਆਂ ਟਰਮਸ ਸੀ ਉਹਨਾਂ ਦੀਆਂ ਡਾਇਮੈਂਸ਼ਨ ਵਿੱਚ ਪੁੱਟ ਕਰ ਦਿੱਤੀਆਂ, ਹਾਫ ਦੀ ਕੋਈ ਡਾਇਮੈਂਸ਼ਨ ਨਹੀਂ। ਇਹਨੂੰ ਜੇ ਅਸੀਂ ਹੱਲ ਕਰੀਏ, ਇਹ ਸਾਡੇ ਕੋਲ l ਆ ਗਿਆ। ਨਾਓ l1 t -1, ਇੱਕ t ਵੀ ਆ ਗਿਆ 1, -1 ਤੇ +1 कैंसल, we get m0 l1 t0। ए दी डायमेंशन बन गई m0 l1 t साडा जिहड़ा है वो कैंसल होके t0 प्लस अगे आओ साडे को देखो m0 एक ही है, l ऊपर 1 ते -2 इन नाल एक 2 होर आ रहा है -2 +2 साडे को फिर कैंसल होगी पावर, फिर साडे को इन्ना आ गया। नाउ दिस l कैन बी रिटन एज, इस L ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ, ਕੱਲਾ L ਸੀ m0 l1 t0। ਨਾਓ ਇਹਨੂੰ ਧਿਆਨ ਨਾਲ ਦੇਖੋ, ਫਸਟ ਟਰਮ ਦੀ ਡਾਇਮੈਂਸ਼ਨ, ਸੈਕੰਡ ਟਰਮ ਦੀ ਡਾਇਮੈਂਸ਼ਨ ਤੇ ਥਰਡ ਟਰਮ ਦੀ ਡਾਇਮੈਂਸ਼ਨ ਦੇਖੋ, ਤਿੰਨਾਂ ਦੀ ਡਾਇਮੈਂਸ਼ਨ ਸੇਮ ਹੈ। ਦਿਸ ਇਜ਼ ਕਾਲਡ ਪ੍ਰਿੰਸੀਪਲ ਆਫ ਹੋਮੋਜੀਨਿਟੀ। ਹੋਮੋਜੀਨਿਟੀ ਦਾ ਮਤਲਬ ਹੈ ਜੇਕਰ ਸਾਡੇ ਕੋਲ ਕੋਈ ਫਾਰਮੂਲਾ ਹੈ, ਉਹਦੀਆਂ ਜਿੰਨੀਆਂ ਵੀ ਟਰਮਸ ਹੋਣਗੀਆਂ ਉਹਨਾਂ ਸਾਰੀਆਂ ਟਰਮਸ ਦੀ ਜਿਹੜੀ ਹੈ ਡਾਇਮੈਂਸ਼ਨਲ ਫਾਰਮੂਲਾ ਜਿਹੜਾ ਹੈ ਉਹ ਹਮੇਸ਼ਾ ਸੇਮ ਹੋਏਗਾ, ਅਦਰਵਾਈਜ਼ ਉਹ ਫਾਰਮੂਲਾ ਸਾਡਾ ਜਿਹੜਾ ਹੈ ਕਰੈਕਟ ਨਹੀਂ ਹੋਏਗਾ। ਜਦੋਂ ਹਰ ਇੱਕ ਟਰਮ ਦੀ ਡਾਇਮੈਂਸ਼ਨ ਸੇਮ ਆਈ, ਇਹਦਾ ਮਤਲਬ ਸਾਡਾ ਜਿਹੜਾ ਹੈ ਇਹ ਫਾਰਮੂਲਾ ਜਿਹੜਾ ਲਿਖਿਆ ਸੀ ਅਸੀਂ, ਇਟ ਇਜ਼ ਡਾਇਮੈਂਸ਼ਨਲੀ ਕਰੈਕਟ। ਇਹਦਾ ਮਤਲਬ ਪਹਿਲੀ ਐਪਲੀਕੇਸ਼ਨ ਡਾਇਮੈਂਸ਼ਨ ਦੀ ਕੀ ਹੋ ਗਈ ਕਿ ਅਸੀਂ ਇਹਦੇ ਨਾਲ ਚੈੱਕ ਕਰ ਸਕਦੇ ਹਾਂ ਕਿ ਕੋਈ ਫਾਰਮੂਲਾ ਡਾਇਮੈਂਸ਼ਨਲੀ ਕਰੈਕਟ ਹੈਗਾ ਕਿ ਨਹੀਂ ਹੈਗਾ। ਕੋਈ ਵੀ ਤੁਹਾਨੂੰ ਫਾਰਮੂਲਾ ਦੇ ਦੇ, ਤੁਸੀਂ ਕੀ ਕਰਨਾ ਹੈ, ਹਰ ਟਰਮ ਦੀ ਡਾਇਮੈਂਸ਼ਨ ਵਿੱਚ ਫੀਡ ਕਰੋ, ਫਿਰ ਦੇਖੋ ਲੈਫਟ ਸਾਈਡ ਤੇ ਰਾਈਟ ਸਾਈਡ ਸਭ ਦੀ ਡਾਇਮੈਂਸ਼ਨ ਸੇਮ ਆ ਰਹੀ ਹੈ, ਹਰ ਟਰਮ ਦੀ ਡਾਇਮੈਂਸ਼ਨ ਸੇਮ ਆ ਗਈ, ਅਸੀਂ ਬੋਲਾਂਗੇ ਕਿ ਇਹ ਫਾਰਮੂਲਾ ਜਿਹੜਾ ਹੈ ਡਾਇਮੈਂਸ਼ਨਲੀ ਕਰੈਕਟ ਹੈ। ਨਾਓ ए दी डायमेंशन सिंपल l, इधर l आ गया, ए दी भी l ही आई है साडे कोल, प्लस ए दी भी साडे कोल l ही आई। एदा मतलब